ਪੰਜਾਬ ਪ੍ਰਕਾਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਜਾਨੀ ਕਿ ਸੁਖਜਿੰਦਰ ਸੋਢੀ ਵੱਲੋਂ ਹਾਰਦਿਕ ਸਵਾਗਤ ਹੈ ਜੀ। ਅੱਜ ਦੇਸ਼ ਦੇ ਅੰਦਰ 15 ਅਗਸਤ ਦਾ ਆਜ਼ਾਦੀ ਦਿਵਸ ਸੁਤੰਤਰਤਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ, ਪਰ ਦੇਸ਼ ਭਰ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਾਲੇ ਕਾਨੂੰਨਾਂ ਦੇ ਖਿਲਾਫ ਸੜਕਾਂ 'ਤੇ ਬੈਠ ਕੇ, ਟੋਲ ਪਲਾਜ਼ਿਆਂ 'ਤੇ ਬੈਠ ਕੇ, ਧਰਨਿਆਂ 'ਤੇ ਬੈਠ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੱਜ ਕੇ ਭੰਡਿਆ ਅਤੇ ਇਹ ਕਾਲੇ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ। ਕੁਰਾਲੀ ਨੇੜਲੇ ਪਿੰਡ ਬੜੌਦੀ ਦੇ ਟੋਲ ਪਲਾਜ਼ਾ 'ਤੇ ਅੱਜ ਲੋਕ ਹਿੱਤ ਮਿਸ਼ਨ ਵੱਲੋਂ ਇੱਕ ਬਹੁਤ ਵੱਡਾ ਧਰਨਾ ਦਿੱਤਾ ਗਿਆ। ਆਓ ਆਪਾਂ ਇਸ ਧਰਨੇ 'ਤੇ ਚੱਲਦੇ ਹਾਂ। ਉਹਦੇ ਬਾਅਦ ਜੇ ਥੋੜਾ ਏਕਤਾ ਨਾਲ ਰਿਹਾ, ਹੁਣ ਇਲੈਕਸ਼ਨ ਆ ਰਹੀ ਹੈ। ਆਪਾਂ ਨੇ ਇਲੈਕਸ਼ਨਾਂ ਨੂੰ ਵੀ ਲਾਉਣਾ, ਮਿਲਕ ਪਲਾਂਟਾਂ ਦੀਆਂ ਇਲੈਕਸ਼ਨਾਂ ਆ ਜਾਣੀਆਂ, ਕੁਰਾਲੀ ਨਗਰ ਕੌਂਸਲਾਂ ਦੀਆਂ ਆ ਜਾਣੀਆਂ, ਕਾਰਪੋਰੇਸ਼ਨਾਂ ਦੀਆਂ ਆ ਜਾਣੀਆਂ। ਸਾਰਾ ਜਿਹੜਾ ਫੋਰਸ ਹੈ ਉਹ ਕਿਸਾਨੀ ਅੰਦੋਲਨ ਹੋਣਾ ਚਾਹੀਦਾ। ਆਪਾਂ ਨੇ ਜਿਹੜਾ ਇੱਧਰ ਉੱਧਰ ਨਹੀਂ ਕਰਨਾ। ਇਹ ਆ ਜਿਹੜਾ ਮੋਰਚਾ ਬੜੌਤੀ ਦਾ, ਰਣਜੀਤ ਦਾ, ਇਹਨਾਂ ਲੋਕਾਂ ਦੀ ਮਤਲਬ ਜਿਹੜੀ ਤਾਕਤ ਹੈ, ਸ਼ਕਤੀ ਹੈ, ਕਿਸੇ ਵੀ ਰਾਸੀ ਨੇਤਾ ਦੀ ਝੋਲੀ 'ਚ ਨਹੀਂ ਪਊਗੀ। ਇਹ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਆਪਣੀ ਪੱਗ ਤੁਹਾਡੇ ਪੈਰਾਂ 'ਚ ਨਹੀਂ ਰੱਖ ਸਕਦਾ, ਪਰ ਤੁਸੀਂ ਆਪਣੇ ਹੱਕਾਂ ਵਾਸਤੇ ਲੜੋ। ਕੋਈ ਪਾਰਟੀ ਨਹੀਂ, ਹਰ ਬੰਦਾ ਆਪਣੀ ਪਾਰਟੀ ਦਾ ਉਹ ਹੈ, ਉਹ ਆਪਣਾ ਥੋੜਾ ਨਿੱਜੀ ਮੁੱਦਾ ਦੀ ਮੇਰੀ ਬੇਨਤੀ ਹੈ। ਇਹ ਆਜ਼ਾਦੀ ਦਾ ਅੰਦੋਲਨ ਹੈ, ਦੂਆ ਅੰਦੋਲਨ ਹੈ। ਲੋਕ ਆਪਾਂ ਨੂੰ ਸਰਕਾਰਾਂ ਪਾਉਂਦੇ, ਇਹ ਸੁਨਹਿਰੀ ਅੱਖਰਾਂ ਨਾਲ ਇਤਿਹਾਸ ਲਿਖਿਆ ਜਾਣਾ। ਜਦ ਆਜ਼ਾਦੀ ਮਿਲੀ ਸੀ, ਇਹ ਮਤਲਬ ਆਜ਼ਾਦੀ ਨੀਤੀ ਮਿਲੀ, ਇਹ ਆਜ਼ਾਦੀ ਨੀਤੀ ਸਮਝੌਤਾ ਹੋਇਆ। ਉਹ ਗੋਰੇ ਸਨ, ਇਹ ਕਾਲੇ ਹਨ, ਦੋਹਾਂ ਦੇ ਚਾਲੇ ਇੱਕੋ ਹਨ। ਮਾਲਕ ਦੇ ਹੱਥ ਜਾ ਕੇ ਕਿੱਟੀ ਦੇ ਹੱਥ ਚੱਲਦੇ ਹਨ, ਕੋਈ ਫਰਕ ਨਹੀਂ ਪਿਆ, ਕੋਈ ਵੀ ਫਰਕ ਨਹੀਂ ਪਿਆ। ਤੁਸੀਂ ਸਮਝੋ ਉਹਨਾਂ ਨਾਲ ਵੀ ਖਤਰਨਾਕ ਹੈ। ਉਹਨਾਂ ਨੂੰ ਵੀ ਜਿਹੜੇ ਦਿੱਲੀ ਬੈਠੇ ਆ, ਤੁਹਾਡੇ ਇਸ ਜਿਹੜਾ ਇਕੱਠ ਤੁਸੀਂ ਇੱਥੇ ਕਰਿਆ ਏ, ਜੋ ਸਵੇਰ ਤੋਂ 10 ਵਜੇ ਤੋਂ ਤੁਸੀਂ ਲੱਗੇ ਹੋਏ ਆ, ਉਹਨਾਂ ਨੂੰ ਬੜਾ ਹੌਸਲਾ ਹੋਣਾ ਕਿ ਸਾਡੇ ਬੰਦੇ ਜਿਹੜੇ ਪਿੱਛੇ ਵੀ ਸਾਡੇ ਲਈ ਸੰਘਰਸ਼ ਕਰ ਰਹੇ। ਸੋ ਦੋਸਤੋ, ਉਹ ਜੋ ਸੰਘਰਸ਼ ਹੈ ਇਹ ਆਪਣੀ ਖੇਤੀ ਬਚਾਉਣ ਵਾਸਤੇ ਹੈ। ਜਿਹੜੀਆਂ ਸਰਕਾਰਾਂ ਸੰਘਰਸ਼ ਕਰ ਰਹੀਆਂ ਉਹ ਆਪਣੀਆਂ ਵੋਟਾਂ ਵਾਸਤੇ ਕਰ ਰਹੇ ਹਨ। ਆਪਾਂ ਜਿਹੜੀ ਆਪਣੀ ਹੋਂਦ ਹੈ ਆਪਣੀ ਖੇਤੀ ਬਚਾਉਣ ਵਾਸਤੇ। ਸੋ ਮੇਰੀ ਤਾਂ ਇਹੀ ਬੇਨਤੀ ਹੈ ਕਿ ਦੋਸਤੋ ਰਲ ਮਿਲ ਕੇ ਇਕੱਠੇ ਹੋ ਜਾਓ, ਹੰਭੜਾ ਮਾਰੋ। ਜਿਵੇਂ ਗਰੁੱਪ ਜਾ ਰਹੇ ਆ ਦਿੱਲੀ ਨੂੰ, ਆਪਣੇ ਇਲਾਕੇ ਦਾ ਬੜਾ ਇੱਕ ਆਏ ਜਿਹੜਾ ਇਸ ਟਾਈਮ ਵੀ ਘਰ ਬੈਠਾ ਹੈ, ਬੜੇ ਸ਼ਰਮ ਵਾਲੀ ਗੱਲ ਹੈ। ਜਿਹਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਵੀ ਜੋ ਮਕਸਦ ਆਪਣਾ, ਜੋ ਕਿਸਾਨਾਂ ਦੇ ਹੱਕ ਨੇ, ਜੋ ਉਹਨਾਂ ਦੇ ਹੱਕਾਂ ਦਾ ਵੀ ਨਹੀਂ ਪਤਾ ਲੱਗਿਆ, ਘਰ ਬੈਠਣ ਦਾ ਵੀ ਕੋਈ ਫਾਇਦਾ ਨਹੀਂ। ਕਾਲ ਕੀਤੀ ਨੂੰ 3-4 ਦਿਨ ਹੋ ਗਏ ਲੋਕ ਹਿੱਤ ਮਿਸ਼ਨ ਦੀ, ਪਰ ਬੰਦੇ ਬਹੁਤ ਘੱਟ ਹੈ। ਨਿਰਾਸ਼ ਹੋਣਾ ਵੀ ਵਾਜਬ ਹੈ ਕਿ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਤੇ ਸਿਸਟਮ ਤੋਂ ਮੰਗ ਕਰਦੇ ਹਾਂ ਕਿ ਸਾਡੇ ਵਾਸਤੇ ਤੁਸੀਂ ਕਾਲੇ ਕਿੰਨੇ ਕਾਨੂੰਨ ਬਣਾਏ ਨੇ, ਇਹ ਸਾਡੇ ਲਈ, ਸੰਸਾਰ ਦੇ ਲਈ, ਲੋਕਾਂ ਲਈ ਚੰਗੇ ਨਹੀਂ ਨੇ, ਇਹਨਾਂ ਨੂੰ ਵਾਪਸ ਕਰ ਲਓ। 70 ਸਾਲ बाद सारी बर्बादी से इन्हें मौजूदा बरंत खड़े हुए हैं। बाकी मेरी गल है जितना सुखा जी ने कहा कि ज्यादा हमारे भरी जानी कि मोदी कजू महंगा पै जूगा, ज्यादा ब्रेजन पर भारत भी जाता है। ਅੱਜ ਦੇ ਇਸ ਕਿਸਾਨ ਧਰਨੇ ਮੌਕੇ ਇਕੱਠੇ ਹੋਏ ਕਿਸਾਨਾਂ ਅਤੇ ਕਿਸਾਨ ਆਗੂਆਂ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਸਮੁੱਚੇ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਧਰਨੇ ਦੇ ਮੌਕੇ ਅੱਜ ਸਮੁੱਚੇ ਕਿਸਾਨਾਂ ਦੇ ਹੱਥਾਂ ਦੇ ਵਿੱਚ ਵੱਖ-ਵੱਖ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ ਲਿਖਿਆ ਸੀ ਮੋਦੀ ਪੈ ਗਿਆ ਸਾਡੇ ਪੇਸ, ਆਜ਼ਾਦ ਕਰਾਉਣਾ ਭਾਰਤ ਦੇਸ਼। ਇਸ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੇ ਬੈਨਰ ਜੋ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਕਿਸਾਨਾਂ ਨੇ ਆਪਣੇ ਹੱਥਾਂ ਦੇ ਵਿੱਚ ਫੜੇ ਸਨ। ਹਾਂਜੀ, ਸਾਡੇ ਨਾਲ ਨੇ ਸੁਖਦੇਵ ਸਿੰਘ ਜੀ ਸੁੱਖਾ, ਜ਼ਿਲ੍ਹਾ ਪ੍ਰਧਾਨ ਜੱਟ ਮਹਾਸਭਾ। ਹਾਂਜੀ ਸੁੱਖਾ ਜੀ, ਅੱਜ ਦੀ ਆਜ਼ਾਦੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਜਿਹੜਾ ਅੱਜ ਸੁਤੰਤਰਤਾ ਦਿਵਸ, ਆਜ਼ਾਦੀ ਦਿਵਸ ਮਨਾ ਰਹੇ ਹਾਂ, ਸੋ ਮੇਰੇ ਖਿਆਲ ਜਿਹੜਾ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜਦੋਂ ਕੋਈ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਵਰਗ ਦੀ ਸੁਣਵਾਈ ਨਾ ਹੁੰਦੀ ਹੋਵੇ, ਭਾਵੇਂ ਗਰੀਬ ਵਰਗ ਹੋਵੇ, ਕਿਸਾਨ ਵਰਗ ਹੋਵੇ। ਸੋ ਹਰ ਇੱਕ ਵਰਗ ਇਸ ਸਰਕਾਰਾਂ ਤੋਂ, ਇੱਥੇ ਦੇ ਸਿਸਟਮ ਤੋਂ ਤੰਗ ਪਰੇਸ਼ਾਨ ਹੈ।
ਸੋ ਜਦੋਂ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ 8-9 ਮਹੀਨਿਆਂ ਤੋਂ ਦਿੱਲੀ ਦੀਆਂ ਸੜਕਾਂ ਤੇ ਰੋਲ ਰਹੇ, ਸੋ ਅਸੀਂ ਕਿਹੜੇ ਜਸ਼ਨ ਮਨਾਈਏ, ਕਿਹੜੀ ਆਜ਼ਾਦੀ ਮਨਾਈਏ ਅਸੀਂ। ਸੋ ਸਰਕਾਰਾਂ ਨੂੰ ਅਜੇ ਵੀ ਨਹੀਂ ਪਤਾ ਲੱਗ ਰਿਹਾ ਕਿ ਆਜ਼ਾਦੀ ਕੀ ਹੁੰਦੀ ਹੈ। ਲੋਕਾਂ ਨੂੰ ਪਤਾ ਲੱਗ ਚੁੱਕਿਆ ਚੀਜ਼ ਦਾ ਵੀ ਆਜ਼ਾਦੀ ਕੀ ਹੁੰਦੀ ਹੈ। ਅਸੀਂ ਆਜ਼ਾਦ ਨਹੀਂ ਹੋਏ ਹੈਗੇ। ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋ ਕੇ ਆਪਣੀਆਂ ਇਹਨਾਂ ਸਿਆਸੀਆਂ ਪਾਰਟੀਆਂ ਦੇ ਗੁਲਾਮ ਹੋ ਕੇ ਰਹਿ ਗਏ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਪ੍ਰਮਾਤਮਾ ਕਿਰਪਾ ਕਰੇ ਕਿ ਇਹਨਾਂ ਨੂੰ ਮੱਤ ਤੇ ਸਮੱਤ ਬਖਸ਼ੇ ਸਿਆਸੀ ਪਾਰਟੀਆਂ ਨੂੰ, ਕਿ ਸਾਡੇ ਲੋਕਾਂ ਦੀ ਆਮ ਪਬਲਿਕ ਦੀ ਸੁਣਵਾਈ ਹੋਵੇ। ਸੋ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਰਕਾਰਾਂ ਨੂੰ, ਸਭ ਤੋਂ ਪਹਿਲਾਂ ਹਿੰਦੁਸਤਾਨ ਸਰਕਾਰ ਨੂੰ, ਭਾਜਪਾ ਸਰਕਾਰ ਨੂੰ, ਕਿ ਜਿਹੜੇ ਸਾਡੇ ਵੀਰ ਬਾਰਡਰਾਂ ਤੇ ਬੈਠੇ ਨੇ, ਇੱਥੇ 500 ਤੋਂ ਵੱਧ ਜਿਹੜੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ, ਸ਼ਹੀਦੀਆਂ ਹੋ ਚੁੱਕੀਆਂ ਨੇ, ਸੋ ਉਹਨੂੰ ਮੱਦੇਨਜ਼ਰ ਦੇਖਦੇ ਹੋਏ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ, ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਲੜ ਰਹੇ ਨੇ। ਸੋ ਮੈਂ ਤਾਂ ਕਹਿੰਦਾ ਵੀ ਅਸਲ ਜਿਹੜਾ ਆਜ਼ਾਦੀ ਦਿਵਸ ਹੈ ਤਾਂ ਮਨਾਇਆ ਜਾਊਗਾ ਜੇ ਸਰਕਾਰ ਅੱਜੇ ਐਲਾਨ ਕਰੇ ਕਿ ਇਹਨਾਂ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ ਉਹਨਾਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਆਪਣੇ ਰਾਜਾਂ ਦੇ ਵਿੱਚ ਵਾਪਸ ਭੇਜੇ, ਤਾਂ ਅਸੀਂ ਕੋਈ ਖੁਸ਼ੀ ਮਨਾ ਸਕਦੇ ਹਾਂ। ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈਗਾ ਆਜ਼ਾਦੀ ਦਿਵਸ ਦਾ। ਠੀਕ ਹੈ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੇ ਲੋਕ ਹਿੱਤ ਮਿਸ਼ਨ ਦੇ ਮੁੱਖ ਪ੍ਰਬੰਧਕ ਦਵਿੰਦਰ ਸਿੰਘ ਜੀ, ਕਾਲਾ ਬੈਨੀਪਾਲ ਜੀ। ਹਾਂਜੀ ਕਾਲਾ ਜੀ, ਅੱਜ ਆਜ਼ਾਦੀ ਦਿਵਸ ਹੈ, ਕਿਸਾਨ ਇੱਥੇ ਧਰਨਾ ਲਾਈ ਬੈਠੇ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਇਹ ਆਜ਼ਾਦੀ ਹੈ ਕਾਹਦੀ ਹੈ। ਆਜ਼ਾਦੀ ਸਾਡੇ ਬਾਪੂ ਦਿੱਲੀ ਸੜਕਾਂ ਤੇ ਬੈਠੇ ਹੈ, ਸਾਡੇ ਫੌਜੀ ਸਰਹੱਦਾਂ ਤੇ ਬੈਠੇ ਆ ਰਾਖੀ। ਮਤੇ ਸਰਕਾਰ ਨੂੰ ਆਜ਼ਾਦੀ ਦੀ ਉਹ ਸਮਝੇ ਆਜ਼ਾਦੀ ਅਸੀਂ ਆਜ਼ਾਦ ਹੋਵੇਂ, ਆਜ਼ਾਦ ਤਾਂ ਅਸੀਂ ਹੈ ਹੀ ਨਹੀਂ ਇਹ ਮੁਲਕ ਦੇ ਵਿੱਚ। ਮਤਲਬ ਤੰਗੀ 9 ਮਹੀਨੇ ਹੋ ਗਏ ਕਿਸਾਨਾਂ ਨੂੰ ਬੈਠਣ ਦਿੱਲੀ ਸੜਕਾਂ ਤੇ, ਟੋਲ ਪਲਾਜ਼ਿਆਂ ਤੇ ਵੀ। ਇਹ ਸਰਕਾਰ ਨੂੰ ਦਿਖਦੇ ਨਹੀਂ, ਬੈਠੇ ਆ ਆਮ ਲੋਕ, ਜਨਤਾ ਬੈਠੀ ਹੈ ਜਿਹੜੀ, ਇਹ ਕਿਸਾਨਾਂ ਨੂੰ ਨਹੀਂ, ਇਹਨੂੰ ਸਰਕਾਰ ਨੂੰ ਨਹੀਂ ਦਿਖਦੀ ਨਾ, ਤਾਂ ਫਿਰ ਆਜ਼ਾਦੀ ਨਹੀਂ ਹੈਗੀ। ਇਹ ਮਤਲਬ ਮੋਦੀ ਦੇ ਹੱਥ ਆ ਗਿਆ ਇਹ ਭਾਰਤ। ਮੋਦੀ ਆਪਣੇ ਚਾਬੀ ਨਾਲ ਚਲਾਉਂਦਾ ਹੈ, ਅੰਗਰੇਜ਼ਾਂ ਤੋਂ ਵੀ ਪੈੜ ਆ ਜਾਂਦਾ। ਠੀਕ। ਸਾਡੇ ਨਾਲ ਨੇ ਲੋਕ ਹਿੱਤ ਮਿਸ਼ਨ ਦੇ ਮੁੱਖ ਪ੍ਰਬੰਧਕ ਰਵਿੰਦਰ ਸਿੰਘ ਜੀ ਬੈਂਸ। ਬੈਂਸ ਸਾਹਿਬ, ਅੱਜ ਆਜ਼ਾਦੀ ਦੇ ਦਿਹਾੜੇ 'ਚ ਕੀ ਕਹਿਣਾ ਚਾਹੁੰਦੇ ਤੁਸੀਂ ਜੀ? ਸੋਢੀ ਸਾਹਿਬ, 74 ਸਾਲ ਹੋ ਗਏ ਦੇਸ਼ ਨੂੰ ਸੋ ਕਾਲਡ ਤਥਾ ਕਥਿਤ ਆਜ਼ਾਦੀ ਮਿਲੀ ਨੂੰ। ਜੋ ਅੱਜ ਦੇ ਹਾਲਾਤ ਹੈ ਕਿਸਾਨੀ ਦੇ, ਦੇਸ਼ ਦੇ, ਮਜ਼ਦੂਰਾਂ ਦੇ, ਗਰੀਬਾਂ ਦੇ, ਮੁਲਾਜ਼ਮਾਂ ਦੇ, ਹਰ ਤਬਕੇ ਦੇ, ਉਹ ਦੇਖ ਕੇ ਲੱਗਦਾ ਕਿ ਸੱਚੇ ਸਾਡਾ ਦੇਸ਼ ਆਜ਼ਾਦ ਨਹੀਂ ਸੀ। ਸਰੀਰਕ ਆਜ਼ਾਦੀ ਨੂੰ ਅਸੀਂ ਆਜ਼ਾਦੀ ਨਹੀਂ ਸਮਝਦੇ। ਆਰਥਿਕ ਤੌਰ ਤੇ ਬੰਦਾ ਆਜ਼ਾਦ ਹੋਵੇ, ਜ਼ਿਹਨੀਅਤ ਤੌਰ ਤੇ, ਦਿਮਾਗੀ ਤੌਰ ਤੇ, ਮਾਨਸਿਕਤਾ ਤੌਰ ਤੇ ਬੰਦਾ ਆਜ਼ਾਦ ਹੋਵੇ। ਮੈਂ ਨਹੀਂ ਸਮਝਦਾ ਕਿ ਦੇਸ਼ ਸਾਡਾ ਆਜ਼ਾਦ ਹੋਇਆ। ਕਿਉਂ? ਹਰ ਤਬਕਾ ਦੇਸ਼ ਦਾ ਉਹ ਅਸਥਿਰਤਾ 'ਚ ਹੈ। 1 ਸਾਲ ਤੋਂ ਦੇਸ਼ ਦੇ ਕਿਸਾਨ ਹੈ ਜਿਹੜੇ, ਉਹ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੈ। ਇਕੱਲੇ ਪੰਜਾਬ ਦੇ ਨਹੀਂ, ਹਰਿਆਣੇ ਦੀ ਨਹੀਂ, ਯੂਪੀ ਦੇ ਨਹੀਂ, ਸਾਰੇ ਦੇਸ਼ ਦੇ ਕਿਸਾਨ ਬੈਠੇ ਹੈ। ਉਹਨਾਂ ਦਾ ਜੋ ਹਾਲ ਹੈ, ਉਹ ਖੁਦਕੁਸ਼ੀਆਂ ਕਰ ਰਹੇ ਹੈ। ਇਹ ਕਾਨੂੰਨਾਂ ਤੋਂ ਪਹਿਲਾਂ ਵੀ ਉਹਨਾਂ ਦਾ ਹਾਲ ਮਾੜਾ ਸੀ। ਇਹ ਜਿਹੜੀਆਂ ਕਾਰਪੋਰੇਟਾਂ ਦੇ ਚੁੰਗਲ 'ਚ ਫਸੀਆਂ ਹੋਈਆਂ ਸਰਕਾਰਾਂ ਹੈ, ਇਹ ਅੱਜ ਅਸੀਂ ਉਸ ਚੀਜ਼ ਦੇ ਗੁਲਾਮ ਹਾਂ। ਗੁਲਾਮ ਅੰਗਰੇਜ਼ ਤਾਂ ਬੇਸ਼ੱਕ ਸੋਢੀ ਸਾਹਿਬ ਚਲੇ ਗਏ, ਪਰ ਹੁਣ ਜਿਹੜੇ ਇੱਥੇ ਕਾਲੇ ਅੰਗਰੇਜ਼ ਹੈ, ਉਹ ਐਸੀਆਂ ਨੀਤੀਆਂ ਬਣਾ ਰਹੇ ਆ ਕਾਰਪੋਰੇਟ ਘਰਾਣਿਆਂ ਦੇ ਗੋਦੀ 'ਚ ਬੈਠ ਕੇ ਕਿ ਲੋਕਾਂ ਦੇ ਸਾਰੇ ਜਿਹੜੇ ਕੁਦਰਤੀ ਸਾਧਨ ਹੈ ਦੇਸ਼ ਦੇ, ਉਹਨਾਂ ਨੂੰ ਕਬਜ਼ੇ 'ਚ ਕਰ ਲਿਆ। ਸਰਕਾਰੀ ਜਿੰਨੀਆਂ ਵੀ ਪ੍ਰਾਪਰਟੀਆਂ ਦੀਆਂ, ਰੇਲ, ਭੇਲ, ਆਪਣਾ ਟੈਲੀਕਾਮ ਤੇ LIC, ਇੱਦਾਂ ਦੇ ਸਾਰੇ ਜਿਹੜੇ ਅਸਾਸੇ ਤੇ ਉਹ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਨੇ, ਸਰਕਾਰ ਨੇ ਵੇਚਤੇ। ਸੋ ਆਜ਼ਾਦੀ ਨਾਂ ਦੀ ਜਿਹੜੀ ਚੀਜ਼ ਹੈ, ਅਜਾ ਉਹ ਬਹੁਤ ਦੂਰ ਹੈ ਆਮ ਲੋਕਾਂ ਤੋਂ। ਠੀਕ।